ਜਿਵੇਂ ਗੁਰਬਾਣੀ ਦੇ ਵਿੱਚ ਇਹ ਪਾਵਨ ਪੰਕਤੀ ਆਉਂਦੀ ਹੈ ਕਿ ਜਿਹੜਾ ਮਨੁੱਖ ਸੰਸਾਰ ਦੇ ਅੰਦਰ, ਮਨ ਦੇ ਅੰਦਰ ਇਹ ਸੋਚ ਲੈਂਦਾ ਹੈ ਕਿ ਮੈਂ ਪਰਮੇਸ਼ਰ ਦਾ ਅੰਤ ਪਾ ਲਵਾਂਗਾ, ਤੇ ਉਸ ਦੀ ਬਾਬਤ ਵਿਚਾਰ ਆਈ ਹੈ ਕਿ ਅਨੰਤ ਕਉ ਚਾਹਣ ਜੋ ਗਏ, ਸੇ ਆਏ ਅਨੰਤ ਗਵਾਏ। ਕਿ ਜਿਹੜਾ ਮਨੁੱਖ ਪਰਮੇਸ਼ਰ ਵਾਹਿਗੁਰੂ ਜੀ ਦਾ ਅੰਤ ਪਾਉਣ ਦੇ ਲਈ ਘਰੋਂ ਤੁਰ ਪਵੇ, ਮਨ ਦੇ ਅੰਦਰ ਇਹ ਵਿਚਾਰ ਬਣਾ ਲਵੇ ਕਿ ਮੈਂ ਪਰਮੇਸ਼ਰ ਦਾ ਅੰਤ ਪਾ ਲਵਾਂਗਾ, ਕਹਿੰਦੇ ਕਿ ਉਸ ਦਾ ਦੋ ਪ੍ਰਕਾਰ ਕਰਕੇ ਅੰਤ ਹੋ ਜਾਂਦਾ ਹੈ। ਇੱਕ ਤਾਂ ਅੰਤ ਇਹ ਹੁੰਦਾ ਹੈ ਕਿ ਪਰਮੇਸ਼ਰ ਉਸ ਨੂੰ ਆਪਣੇ ਤੱਕ ਪਹੁੰਚਣ ਹੀ ਨਹੀਂ ਦਿੰਦਾ, ਭਾਵ ਉਸ ਨੂੰ ਕਿਸੇ ਨਾ ਕਿਸੇ ਕਾਰਨ ਕਰਕੇ ਉਲਝਾ ਦਿੰਦਾ ਹੈ। ਜਿਵੇਂ ਇੱਕ ਵਿਦਵਾਨ ਦੇ ਮਨ ਦੇ ਅੰਦਰ ਇਹ ਖਿਆਲ ਪੈਦਾ ਹੋ ਗਿਆ ਕਿ ਆਪਾਂ ਪਰਮੇਸ਼ਰ ਦਾ ਅੰਤ ਪਾ ਲੈਣਾ ਹੈ, ਪਰਮੇਸ਼ਰ ਦੀ ਜਿੰਨੀ ਵੀ ਵਡਿਆਈ ਹੈ, ਜਿੰਨੀ ਵੀ ਸੋਭਾ ਹੈ, ਉਸ ਨੂੰ ਆਪਣੀ ਕਲਮ ਦੇ ਨਾਲ ਆਪਾਂ ਲਿਖ ਦੇਣਾ ਹੈ। ਇਹ ਵਿਦਵਾਨ ਮਨ ਦੇ ਅੰਦਰ ਸੋਚਦਿਆਂ ਹੋਇਆ ਜਦੋਂ ਚੱਲਦਾ ਚੱਲਦਾ ਸਮੁੰਦਰ ਕੰਢੇ ਗਿਆ, ਤੇ ਉੱਥੇ ਕੀ ਦੇਖਦਾ ਹੈ ਕਿ ਇੱਕ ਛੋਟਾ ਜਿਹਾ ਬਾਲਕ ਉਸ ਨੇ ਸਮੁੰਦਰ ਦੇ ਕੰਢੇ ਉੱਪਰ ਇੱਕ ਛੋਟਾ ਜਿਹਾ ਟੋਆ ਪੁੱਟਿਆ ਹੋਇਆ ਹੈ, ਤੇ ਉਹ ਬਾਲਕ ਬੈਠਾ ਹੋਇਆ ਇੱਕ ਖੇਡ ਕਰ ਰਿਹਾ ਹੈ ਕਿ ਸਮੁੰਦਰ ਦੇ ਵਿੱਚੋਂ ਇੱਕ ਚਮਚਾ ਭਰਦਾ ਹੈ ਤੇ ਉਸ ਟੋਏ ਦੇ ਵਿੱਚ ਪਾ ਦਿੰਦਾ ਹੈ। ਇਹ ਜਿਹੜਾ ਖੇਡ ਹੈ ਉਹ ਵਿਦਵਾਨ ਕੁਝ ਦੂਰ ਖੜਾ ਦੇਖ ਰਿਹਾ ਹੈ ਕਿ ਇੱਕ ਛੋਟਾ ਜਿਹਾ ਬਾਲਕ ਹੈ, ਉਹ ਸਮੁੰਦਰ ਦੇ ਵਿੱਚੋਂ ਪਾਣੀ ਦਾ ਚਮਚਾ ਭਰ ਕੇ ਇਸ ਟੋਏ ਦੇ ਵਿੱਚ ਪਾ ਦਿੰਦਾ ਹੈ। ਕੀ ਕਰ ਰਿਹਾ ਹੈ? ਜਾ ਕੇ ਜਦੋਂ ਉਸ ਵਿਦਵਾਨ ਨੇ ਬਾਲਕ ਦੇ ਕੋਲੋਂ ਪੁੱਛਿਆ ਕਿ ਇਹ ਬਾਲਕ, ਇਹ ਤੂੰ ਕੀ ਕਰ ਰਿਹਾ ਹੈ, ਤਾਂ ਉਸ ਵੇਲੇ ਬਾਲਕ ਨੇ ਆਖਿਆ ਕਿ ਇਹ ਮਿੱਤਰ, ਇਹ ਜਿਹੜਾ ਸਮੁੰਦਰ ਹੈ ਮੈਂ ਇਸ ਨੂੰ ਟੋਏ ਦੇ ਵਿੱਚ ਪਾ ਦੇਣਾ ਹੈ, ਇਸ ਸਮੁੰਦਰ ਨੂੰ ਸਾਰੇ ਨੂੰ ਖਤਮ ਕਰਕੇ ਇਹ ਸਾਰਾ ਪਾਣੀ ਮੈਂ ਟੋਏ ਦੇ ਵਿੱਚ ਭਰ ਦੇਣਾ ਹੈ। ਉਹ ਵਿਦਵਾਨ ਨੇ ਹੱਸ ਕੇ ਕਿਹਾ ਕਿ ਇਹ ਬਾਲਕ, ਇਹ ਕਿਸ ਪ੍ਰਕਾਰ ਹੋ ਜਾਵੇਗਾ? ਸਮੁੰਦਰ ਦਾ ਜਿਹੜਾ ਪਾਣੀ ਹੈ ਬਹੁਤ ਵਿਸ਼ਾਲ ਹੈ, ਇਸ ਦੇ ਅੰਦਰ ਜੀਵ ਜੰਤੂ ਵੀ ਨੇ, ਇਸ ਦੇ ਅੰਦਰ ਕੋਈ ਹੀਰੇ ਜਵਾਹਰਾਤ ਵੀ ਨੇ। ਇਸ ਪ੍ਰਕਾਰ ਕਹਿੰਦੇ ਨਹੀਂ ਹੋ ਸਕਦਾ ਕਿ ਜਿਹੜਾ ਸਮੁੰਦਰ ਉਹ ਟੋਏ ਦੇ ਵਿੱਚ ਆ ਜਾਵੇ। ਇਹ ਤਾਂ ਇੱਕ ਹਾਸੇ ਵਾਲੀ ਗੱਲ ਹੈ। ਤੇ ਉਹ ਅਸਲ ਦੇ ਵਿੱਚ ਬਾਲਕ ਕੋਈ ਪਰਮ ਰੂਹ ਸੀ, ਕੋਈ ਪਵਿੱਤਰ ਆਤਮਾ ਰੂਪ ਸੀ। ਉਸ ਨੇ ਵੀ ਆਖ ਦਿੱਤਾ ਕਿ ਇਹ ਵਿਦਵਾਨ ਉਸੇ ਪ੍ਰਕਾਰ ਹੀ ਹੈ ਕਿ ਜਿਵੇਂ ਤੂੰ ਮਨ ਦੇ ਅੰਦਰ ਸੋਚ ਰਿਹਾ ਹੈ ਕਿ ਮੈਂ ਆਪਣੀ ਬੁੱਧੀ ਦੇ ਨਾਲ ਉਸ ਪਰਮੇਸ਼ਰ ਦਾ ਅੰਤ ਪਾ ਲਵਾਂਗਾ, ਤੇਰੀ ਜਿਹੜੀ ਬੁੱਧੀ ਹੈ ਉਹ ਵੀ ਇੱਕ ਟੋਏ ਦੇ ਵਾਂਗ ਹੈ, ਤੇ ਜਿਹੜਾ ਪਰਮੇਸ਼ਰ ਦਾ ਰੂਪ ਹੈ ਉਹ ਹੈ ਸਮੁੰਦਰ ਦੇ ਵਾਂਗ। ਸਮੁੰਦਰ ਕਦੇ ਵੀ ਟੋਏ ਦੇ ਵਿੱਚ ਨਹੀਂ ਪੈਂਦਾ। ਉਸੇ ਪ੍ਰਕਾਰ ਹੀ ਪਰਮੇਸ਼ਰ ਵਾਹਿਗੁਰੂ ਜੀ ਦੇ ਜਿਹੜੇ ਗੁਣ ਨੇ, ਵਡਿਆਈ ਹੈ, ਜਾਂ ਪਰਮੇਸ਼ਰ ਦੇ ਕਿੰਨੇ ਕੁ ਨਾਮ ਨੇ, ਕਿੰਨੀ ਕੁ ਸੋਭਾ ਹੈ, ਇਸ ਦਾ ਅੰਤ ਤੇਰੀ ਟੋਏ ਜਿੰਨੀ ਇਹ ਬੁੱਧੀ ਨਹੀਂ ਪਾ ਸਕਦੀ। ਸੋ ਇਸੇ ਪ੍ਰਕਾਰ ਇੱਕ ਤਾਂ ਇਹ ਅੰਤ ਹੋ ਜਾਂਦਾ ਹੈ ਕਿ ਪਰਮੇਸ਼ਰ ਉਸ ਨੂੰ ਆਪਣੇ ਤੱਕ ਪਹੁੰਚਣ ਨਹੀਂ ਦਿੰਦਾ। ਦੂਸਰਾ ਅੰਤ ਮਨੁੱਖ ਦਾ ਇਹ ਹੁੰਦਾ ਹੈ ਕਿ ਉਸ ਨੂੰ ਪ੍ਰਾਪਤੀ ਤਾਂ ਹੋ ਜਾਂਦੀ ਹੈ, ਉਸ ਨੂੰ ਪਤਾ ਤਾਂ ਲੱਗ ਜਾਂਦਾ ਹੈ ਕਿ ਪਰਮੇਸ਼ਰ ਦਾ ਸਰੂਪ ਕਿੰਨਾ ਕੁ ਹੈ, ਪਰ ਕਹਿੰਦੇ ਕਿ ਉਹਨੂੰ ਸੰਸਾਰ ਨੂੰ ਫਿਰ ਦੱਸਣ ਦੀ ਹਿੰਮਤ ਨਹੀਂ ਰਹਿੰਦੀ, ਉਸ ਕੋਲੋਂ ਸ਼ਬਦ ਮੁੱਕ ਜਾਂਦੇ ਨੇ। ਕਈ ਵਾਰ ਆਪਾਂ ਆਮ ਬੋਲਚਾਲ ਭਾਸ਼ਾ ਦੇ ਵਿੱਚ ਇੱਕ ਸ਼ਬਦ ਵਰਤਦੇ ਹਾਂ, ਆਪ ਜੀ ਨੇ ਵੀ ਇਹ ਕਦੇ ਨੋਟ ਕੀਤੀ ਹੋਣੀ ਹੈ ਕਿ ਕਈ ਵਾਰ ਸਾਨੂੰ ਇੰਨੀ ਕੁ ਖੁਸ਼ੀ ਹੁੰਦੀ ਹੈ ਤੇ ਆਪਾਂ ਇਹ ਗੱਲ ਕਹਿ ਦਿੰਦੇ ਹਾਂ ਕਿ ਮੈਨੂੰ ਕਹਿਣ ਦੇ ਵਿੱਚ ਨਹੀਂ ਆਉਂਦੀ, ਵੀ ਮੈਨੂੰ ਇਹ ਗੱਲ ਪਤਾ ਤਾਂ ਲੱਗ ਗਈ ਹੈ ਪਰ ਮੈਨੂੰ ਕਹਿਣਾ ਜਾਂ ਨਹੀਂ ਆ ਰਿਹਾ। ਉਸੇ ਪ੍ਰਕਾਰ ਹੀ ਉਦੋਂ ਜਿਹੜੀ ਅਵਸਥਾ ਹੈ ਉਹ ਬਣ ਜਾਂਦੀ ਹੈ ਕਿ ਪਰਮੇਸ਼ਰ ਦੀ ਜਿਹੜੀ ਬੰਦਗੀ ਕਰਨ ਤੋਂ ਬਾਅਦ ਪਰਮੇਸ਼ਰ ਦੇ ਵਿੱਚ ਕਿੰਨੇ ਕੁ ਗੁਣ ਨੇ, ਕੈਸਾ ਉਸ ਦਾ ਰੂਪ ਹੈ,
ਉਸ ਦਾ ਮਨੁੱਖ ਨੂੰ, ਭਗਤਾਂ ਨੂੰ ਪਤਾ ਤਾਂ ਲੱਗ ਜਾਂਦਾ ਹੈ, ਪਰ ਉਹਨਾਂ ਕੋਲੋਂ ਪਰਤ ਕੇ ਦੱਸਣ ਦੀ ਜਿਹੜੀ ਹਿੰਮਤ ਹੈ ਉਹ ਨਹੀਂ ਰਹਿੰਦੀ। ਕੋਈ ਸ਼ਬਦ ਨਹੀਂ ਐਸੇ ਆਉਂਦੇ ਕਿ ਪਰਮੇਸ਼ਰ ਦੇ ਗੁਣਾਂ ਨੂੰ ਬਿਆਨ ਕਰ ਸਕੇ। ਉਦੋਂ ਫਿਰ ਉਹਨਾਂ ਦਾ ਜੀਵਨ ਦਾਨੇ ਮਸਤਾਨੇ ਹੋ ਜਾਂਦਾ ਹੈ। ਸੰਸਾਰ ਉਹਨਾਂ ਨੂੰ ਕਈ ਵਾਰ ਪਾਗਲ ਵੀ ਕਹਿ ਦਿੰਦਾ ਹੈ, ਕਈ ਵਾਰ ਉਹਨਾਂ ਨੂੰ ਮੰਗਤੇ ਵੀ ਕਹਿ ਦਿੰਦਾ ਹੈ, ਪਰ ਉਹਨਾਂ ਦਾ ਅਸਲ ਦੇ ਅੰਦਰ ਜੀਵਨ ਐਸਾ ਤਬਦੀਲ ਹੁੰਦਾ ਹੈ ਕਿ ਉਹਨਾਂ ਨੂੰ ਫਿਰ ਸੰਸਾਰ ਦੀ ਸੁੱਧ ਬੁੱਧ ਕੋਈ ਨਹੀਂ ਰਹਿੰਦੀ। ਸੋ ਕਹਿਣ ਤੋਂ ਭਾਵ ਇਹ ਹੈ ਕਿ ਗੁਰਬਾਣੀ ਦੇ ਔਰ ਜਿਹੜੀ ਪਰਮੇਸ਼ਰ ਦੀ ਵਿਆਖਿਆ ਹੈ, ਇਹ ਤਾਂ ਜਿੰਨੀ ਕੁ ਕੋਈ ਵਿਦਵਾਨ ਅੱਗੇ ਤੋਂ ਅੱਗੇ ਸੁਰਤ ਵਾਲਾ ਹੈ ਉਸ ਦੀ ਇਸ ਤੋਂ ਵੱਧਦੀ ਜਾਂਦੀ ਹੈ, ਕਿਉਂਕਿ ਪਰਮੇਸ਼ਰ ਵਾਹਿਗੁਰੂ ਜੀ ਦੇ ਜਿਹੜੇ ਖਜ਼ਾਨੇ ਨੇ ਟੋਟ ਨਾ ਆਵੇ ਵੱਧਦੋ ਜਾਈ। ਉਹ ਜਿਹੜੇ ਗੁਣਾਂ ਦੇ ਖਜ਼ਾਨੇ ਨੇ ਉਹ ਕਦੇ ਵੀ ਖਤਮ ਨਹੀਂ ਹੁੰਦੇ। ਅੱਗੇ ਤੋਂ ਅੱਗੇ ਪਰਮੇਸ਼ਰ ਦੇ ਅੰਦਰ ਇੰਨੇ ਕੁ ਗੁਣ ਨੇ, ਜਿੰਨਾ ਕੁ ਕੋਈ ਵਡਿਆਈ ਜਾਵੇਗਾ ਓਨਾ ਹੀ ਪਰਮੇਸ਼ਰ ਵਾਹਿਗੁਰੂ ਜੀ ਦੇ ਗੁਣ ਜਿਹੜੇ ਨੇ ਪ੍ਰਗਟ ਹੋਣ ਕੇ ਸਾਹਮਣੇ ਆਉਣਗੇ, ਓਨੇ ਹੀ ਉਹ ਜਿਹੜੇ ਗੁਣ ਨੇ ਉਹ ਪ੍ਰਗਟ ਹੋਈ ਜਾਣਗੇ।